BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੋ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। 24 ਸਾਲਾ ਐਲਬਰਟਾ ਫਾਇਰ ਫਾਈਟਰ ਦੀ ਜੈਸਪਰ ਜੰਗਲ ਦੀ ਅੱਗ ਨਾਲ ਲੜਦੇ ਹੋਏ ਹੋਈ ਮੌਤ। ਕੈਨੇਡਾ ਦੇ ਐਲਬਰਟਾ ਦੇ ਸਰਜਨ ਨੇ ਕੀਤਾ ਪਹਿਲਾ ਰੋਬੋਟ ਅਸਿਸਟਡ ਕਿਡਨੀ ਟ੍ਰਾਂਸਪਲਾਂਟ। ਬੰਗਲਾਦੇਸ਼ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ 80 ਲੋਕਾਂ ਦੀ ਮੌਤ। ਓਲੰਪਿਕ ਆਯੋਜਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਾਮਲੇ ਵਿੱਚ ਜਾਂਚ ਸ਼ੁਰੂ। ਹੁਣ ਖਬਰਾਂ ਵਿਸਥਾਰ ਨਾਲ। ਜੈਸਪਰ ਨੈਸ਼ਨਲ ਪਾਰਕ ਵਿੱਚ ਕੰਟਰੋਲ ਤੋਂ ਬਾਹਰ ਜੰਗਲ ਦੀ ਅੱਗ ਨਾਲ ਲੜਦੇ ਹੋਏ ਇੱਕ ਫਾਇਰ ਫਾਈਟਰ ਦੀ ਮੌਤ ਹੋ ਗਈ ਹੈ। RCMP ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਐਲਬਰਟਾ ਵਾਈਲਡ ਲੈਂਡ ਫਾਇਰ ਕਰਮਚਾਰੀ ਬਾਰੇ ਸੂਚਿਤ ਕੀਤਾ ਗਿਆ ਸੀ ਜਿਸ ਨੂੰ ਗੰਭੀਰ ਸੱਟ ਲੱਗੀ ਸੀ। ਰਿਪੋਰਟ ਮੁਤਾਬਕ ਜੈਸਪਰ ਦੇ ਉੱਤਰ ਪੂਰਬ ਵੱਲ ਅੱਗ ਨਾਲ ਲੜਦੇ ਹੋਏ 24 ਸਾਲਾ ਫਾਇਰ ਫਾਈਟਰ ਦੇ ਦਰਖਤ ਡਿੱਗਿਆ, ਜਿੱਥੇ ਸਟਾਰਸ ਦੁਆਰਾ ਵਿਅਕਤੀ ਨੂੰ ਘਟਨਾ ਸਥਾਨ ਤੋਂ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਫਾਇਰ ਫਾਈਟਰ ਕੈਲਗਰੀ ਦਾ ਵਸਨੀਕ ਸੀ ਅਤੇ ਰੌਕੀ ਮਾਊਂਟਨ ਹਾਊਸ ਫਾਇਰ ਬੇਸ ਤੋਂ ਬਾਹਰ ਰਹਿੰਦਾ ਸੀ। ਮਾਊਂਟੇਨਸ ਦਾ ਕਹਿਣਾ ਹੈ ਕਿ ਆਕਿਊਪੇਸ਼ਨਲ ਹੈਲਥ ਐਂਡ ਸੇਫਟੀ ਨੂੰ ਮੌਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾਵੇਗੀ। ਐਲਬਰਟਾ ਦੇ ਜੰਗਲਾਤ ਅਤੇ ਪਾਰਕ ਮੰਤਰੀ ਟੋਡ ਲੋਵੇਨ ਨੇ ਨੌਜਵਾਨ ਫਾਇਰ ਫਾਈਟਰ ਲਈ ਟਵਿੱਟਰ ਤੇ ਆਪਣੀ ਸ਼ਰਧਾਂਜਲੀ ਵੀ ਭੇਂਟ ਕੀਤੀ। ਟੋਰਾਂਟੋ ਪੁਲਿਸ ਜਿਨਸੀ ਸ਼ੋਸ਼ਣ ਦੀ ਜਾਂਚ ਵਿੱਚ ਜਨਤਾ ਦੀ ਸਹਾਇਤਾ ਦੀ ਮੰਗ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੇ 27 ਮਈ ਨੂੰ ਸ਼ਾਮ 5:30 ਵਜੇ ਦੇ ਕਰੀਬ ਡੈਨਫਰਥ ਐਵੇਨਿਊ ਅਤੇ ਡੌਨਲੈਂਡਸ ਐਵੇਨਿਊ ਖੇਤਰ ਵਿੱਚ ਜਿਨਸੀ ਸ਼ੋਸ਼ਣ ਦੀ ਕਾਲ ਦਾ ਜਵਾਬ ਦਿੱਤਾ। ਬੀਤੇ ਦਿਨ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਪੁਲਿਸ ਨੇ ਕਿਹਾ ਕਿ ਇਹ ਦੱਸਿਆ ਗਿਆ ਸੀ ਕਿ ਸ਼ੱਕੀ ਡੌਨਲੈਂਡ ਸਬਵੇ ਸਟੇਸ਼ਨ ਤੇ ਪੀੜਤਾਂ ਦੇ ਨਾਲ ਉਸੇ ਸਬਵੇ ਵਿੱਚ ਸਵਾਰ ਹੋਇਆ ਸੀ। ਪੁਲਿਸ ਨੇ ਕਿਹਾ ਕਿ ਸ਼ੱਕੀ ਪੀੜਤਾਂ ਦੇ ਕੋਲ ਬੈਠ ਗਿਆ ਅਤੇ ਫਿਰ ਕਥਿਤ ਤੌਰ ਤੇ ਪੀੜਤਾਂ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਦੱਸਿਆ ਕਿ ਸ਼ੱਕੀ ਅਤੇ ਪੀੜਤ ਉਸੇ ਸਟਾਪ ਤੇ ਟ੍ਰੇਨ ਤੋਂ ਬਾਹਰ ਨਿਕਲੇ ਅਤੇ ਉਸ ਤੋਂ ਬਾਅਦ ਸ਼ੱਕੀ ਵਿਅਕਤੀ ਇਲਾਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਪੀੜਤ ਮੌਜੂਦ ਹੋ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਸ਼ੱਕੀ ਆਦਮੀ ਦਰਮਿਆਨੇ ਕੱਦ, ਛੋਟੇ ਕਾਲੇ ਬਾਲ, ਦਾੜੀ ਵਾਲਾ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਉਸਨੇ ਹਲਕੇ ਰੰਗ ਦੀ ਕਾਲਰ ਵਾਲੀ ਕਮੀਜ਼, ਕਾਲੀ ਜੈਕਟ, ਕਾਲੀ ਪੈਂਟ ਅਤੇ ਕਾਲੇ ਕੱਪੜੇ ਦੇ ਜੁੱਤੇ ਪਾਏ ਹੋਏ ਸੀ। ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਵਾਲੇ ਨੂੰ 4168085500 ਤੇ ਪੁਲਿਸ ਨਾਲ ਜਾਂ 416222 ਟਿਪਸ 8477 ਤੇ ਅਗਿਆਤ ਤੌਰ ਤੇ ਕ੍ਰਾਈਮ ਸਟਾਪਰਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। 7 ਸਾਲ ਦੀ ਬੱਚੀ ਦੇ ਥੇਮਸ ਰਿਵਰ ਵਿੱਚ ਡਿੱਗਣ ਤੋਂ 4 ਦਿਨ ਬਾਅਦ ਖੋਜਕਰਤਾਵਾਂ ਨੇ ਇੱਕ ਬੱਚੇ ਦੇ ਅਵਸ਼ੇਸ਼ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਰਿਪੋਰਟ ਮੁਤਾਬਕ NBLE ਦੀ ਪਾਲ ਐਡਲੇਡ ਅਤੇ ਕਿਪਸਲੇਨ ਤੇ ਮੌਜੂਦ ਨਦੀ ਵਿੱਚ ਸ਼ੁਰੂ ਹੋਈ, ਜਿੱਥੇ ਉਸ ਦਾ ਪਰਿਵਾਰ ਰਹਿੰਦਾ ਹੈ। ਪੁਲਿਸ ਹੈਲੀਕਾਪਟਰ, ਵਾਟਰ ਸਰਚ ਅਤੇ ਰੈਸਕਿਊ ਟੀਮਸ ਤੇ ਹੋਰਾਂ ਨੇ ਇਕੱਠੇ ਮਿਲ ਕੇ ਸਾਰੇ ਖੇਤਰ ਦੀ ਭਾਲ ਕੀਤੀ ਜਦੋਂ ਤੋਂ ਬੱਚੀ ਦੇ ਗਾਇਬ ਹੋਣ ਦੀ ਰਿਪੋਰਟ ਮਿਲੀ ਸੀ ਅਤੇ ਦੁਪਹਿਰ ਦੇ ਸਮੇਂ ਲੰਡਨ ਪੁਲਿਸ ਸਰਵਿਸ ਅਤੇ ਲੰਡਨ ਫਾਇਰ ਡਿਪਾਰਟਮੈਂਟ ਦੇ ਮੈਂਬਰਾਂ ਨੇ ਬੱਚੀ ਦੇ ਅਵਸ਼ੇਸ਼ਾਂ ਦਾ ਪਤਾ ਲਗਾਇਆ ਜੋ ਕਿ ਪਰਥ ਅਤੇ ਯੂਨੀਵਰਸਿਟੀ ਡਰਾਈਵ ਦੇ ਖੇਤਰ ਵਿੱਚ ਮਿਲੇ, ਜਿਸ ਨੂੰ BLE ਦੇ ਅਵਸ਼ੇਸ਼ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਪੁਲਿਸ ਇਸ ਮਾਮਲੇ ਵਿੱਚ ਅਜੇ ਹੋਰ ਜਾਣਕਾਰੀ ਸਾਂਝੀ ਕਰ ਸਕਦੀ ਹੈ। ਐਲਬਰਟਾ ਵਿੱਚ ਇੱਕ ਸਰਜਨ ਨੇ ਕੈਨੇਡਾ ਦਾ ਪਹਿਲਾ ਰੋਬੋਟ ਦੀ ਸਹਾਇਤਾ ਨਾਲ ਕਿਡਨੀ ਟ੍ਰਾਂਸਪਲਾਂਟ ਕੀਤਾ ਹੈ। ਇੱਕ ਪਰਿਵਾਰ ਲਈ ਇਸ ਦਾ ਅਰਥ ਹੈ ਨਾ ਸਿਰਫ ਇਕੱਠੇ ਹੋਰ ਸਮਾਂ ਬਲਕਿ ਇੱਕ ਅਜਿਹਾ ਮੈਚ ਜੋ ਜੀਵਨ ਭਰ ਚੱਲੇਗਾ। ਰਿਪੋਰਟ ਮੁਤਾਬਕ 2 ਸਾਲ ਪਹਿਲਾਂ ਕੋਵਿਡ-19 ਤੋਂ ਬਚਣ ਤੋਂ ਬਾਅਦ ਕਾਰਮੇਨ ਨਿਊਚਕ ਨਾਂ ਦੀ ਔਰਤ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ। ਉਹ ਛਾਤੀ ਅਤੇ ਲੱਤਾਂ ਦੇ ਦਰਦ ਨਾਲ ਹਸਪਤਾਲ ਗਈ ਸੀ ਅਤੇ ਉੱਥੋਂ ਪਤਾ ਲੱਗਾ ਕਿ ਉਸਦੇ ਗੁਰਦੇ ਪੂਰੀ ਤਰ੍ਹਾਂ ਫੇਲ ਹੋ ਗਏ ਸਨ। ਉਹ ਇੱਕ ਜੈਨੇਟਿਕ ਕੰਡੀਸ਼ਨ ਥ੍ਰੋਮਬੋਟਿਕ ਮਾਈਕਰੋ ਐਂਜੀਓਪੈਥੀ ਤੋਂ ਪੀੜਤ ਸੀ। ਜ਼ਿਕਰਯੋਗ ਹੈ ਕਿ ਇੱਕ ਜੀਵਨ ਬਚਾਉਣ ਵਾਲੇ ਦਾਨੀ ਨੂੰ ਨਾ ਸਿਰਫ ਉਸਦੇ ਖੂਨ ਦੀ ਕਿਸਮ ਬਲਕਿ ਟਿਸ਼ੂਆਂ ਅਤੇ ਸੈੱਲਾਂ ਨਾਲ ਵੀ ਮੇਲ ਖਾਂਦਾ ਪਾਇਆ ਜਾਣਾ ਚਾਹੀਦਾ ਹੈ। ਜਿਵੇਂ ਕਿ ਇਹ ਨਿਕਲਿਆ, ਉਹ ਪਹਿਲਾਂ ਹੀ ਆਪਣੇ ਸੰਪੂਰਨ ਮੈਚ ਨੂੰ ਜਾਣਦੀ ਸੀ ਜੋ ਕਿ ਉਸਦਾ ਪਤੀ ਸੀ। ਨਿਊਚਕ ਨੇ ਕਿਹਾ ਕਿ ਯੂਨੀਵਰਸਿਟੀ ਆਫ ਐਲਬਰਟਾ ਹਸਪਤਾਲ ਦੀ ਕਿਡਨੀ ਟ੍ਰਾਂਸਪਲਾਂਟ ਸਰਜਨ ਡਾਕਟਰ ਮੈਕਸ ਲਵੀਨ ਨੇ ਉਸ ਨੂੰ ਰੋਬੋਟਿਕ ਸਰਜਰੀ ਦੀ ਪੇਸ਼ਕਸ਼ ਕਰਨ ਲਈ ਪਹੁੰਚ ਕੀਤੀ ਜੋ ਕਿ ਹੋਰ ਆਪਰੇਸ਼ਨਸ ਵਿੱਚ ਵਰਤੀ ਜਾਂਦੀ ਹੈ, ਪਰ ਕਿਡਨੀ ਟ੍ਰਾਂਸਪਲਾਂਟ ਵਿੱਚ ਪਹਿਲਾਂ ਇਸ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਡਾਕਟਰ ਨੇ ਕਿਹਾ ਕਿ ਰੋਬੋਟ ਦੀ ਸਹਾਇਤਾ ਨਾਲ ਕੀਤੀ ਗਈ ਸਰਜਰੀ ਤੇਜ਼ੀ ਨਾਲ ਠੀਕ ਹੋਣ, ਛੋਟੇ ਚੀਰੇ ਅਤੇ ਜ਼ਖਮ ਦੇ ਨਾਲ ਪੇਚੀਦਗੀਆਂ ਦੇ ਘੱਟ ਜੋਖਮ ਦੀ ਪੇਸ਼ਕਸ਼ ਕਰਦਾ ਹੈ। ਆਮ ਤੌਰ ਤੇ ਟ੍ਰਾਂਸਪਲਾਂਟ ਲਈ ਇੱਕ ਚੀਰਾ 15 ਤੋਂ 30 ਸੈਂਟੀਮੀਟਰ ਲੰਬਾ ਹੋ ਸਕਦਾ ਹੈ, ਜਦੋਂ ਕਿ ਰੋਬੋਟਿਕ ਸਰਜਰੀ ਲਗਭਗ 2.5 ਸੈਂਟੀਮੀਟਰ ਕੱਟ ਦਿੰਦੀ ਹੈ। ਨਿਊਚਕ ਦੀ ਸਰਜਰੀ ਨੂੰ 6 ਹਫ਼ਤੇ ਹੋ ਗਏ ਹਨ ਅਤੇ ਉਸਨੇ ਕਿਹਾ ਕਿ ਇਹ ਸਰਜਰੀ ਹਾਲੇ ਤੱਕ ਲਾਭਦਾਇਕ ਸਾਬਤ ਹੋਈ ਹੈ। ਲਿਬਰਲ ਸੰਯੁਕਤ ਰਾਸ਼ਟਰ ਦੇ ਡੈਮੋਕ੍ਰੇਟਸ ਤੋਂ ਉਧਾਰ ਲਏ ਗਏ ਹਮਲੇ ਦੀ ਇੱਕ ਨਵੀਂ ਲਾਈਨ ਵਿੱਚ ਫੈਡਰਲ ਕੰਜ਼ਰਵੇਟਿਵ ਲੀਡਰ ਪੀਅਰ ਪੋਇਲੀਵ ਨੂੰ ਵੀਅਰਡ ਕਹਿ ਕੇ ਲੇਬਲ ਕਰ ਰਹੇ ਹਨ। ਇੱਕ ਕੈਬਨਿਟ ਮੰਤਰੀ ਸਮੇਤ ਕਈ ਲਿਬਰਲ ਸੰਸਦ ਮੈਂਬਰਾਂ ਨੇ ਹਾਲ ਹੀ ਦੇ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਪੋਇਲੀਵ ਦਾ ਵਰਣਨ ਕਰਨ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਵਿੱਚ ਸ਼ਾਮਲ ਹੋ ਗਏ ਹਨ, ਇਹ ਕਹਿੰਦੇ ਹੋਏ ਕਿ ਪੋਇਲੀਵ ਨੂੰ ਘਾਹ ਨੂੰ ਛੂਹਣ ਜਾਂ ਹਕੀਕਤ ਨਾਲ ਦੁਬਾਰਾ ਜੁੜਨ ਦੀ ਜ਼ਰੂਰਤ ਹੈ। ਇਹ ਬਿਆਨ ਉਦੋਂ ਸਾਹਮਣੇ ਆਇਆ ਜਦੋਂ ਵਿਰੋਧੀ ਧਿਰ ਦੇ
ਆਗੂ ਨੇ ਟਰੂਡੋ ਤੇ ਕਮਿਊਨਿਸਟ ਤਾਨਾਸ਼ਾਹੀ ਦੀ ਪ੍ਰਸ਼ੰਸਾ ਕਰਨ ਦਾ ਦੋਸ਼ ਲਗਾਇਆ ਸੀ। ਕਾਬਿਲੇ ਗੌਰ ਹੈ ਕਿ ਇਹ ਰਣਨੀਤੀ ਸਪਸ਼ਟ ਤੌਰ ਤੇ ਸਰਹੱਦ ਦੇ ਦੱਖਣ ਦੀ ਰਾਜਨੀਤੀ ਤੋਂ ਪ੍ਰੇਰਿਤ ਹੈ, ਜਿੱਥੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਹੋਰ ਡੈਮੋਕ੍ਰੇਟਸ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੱਲ ਰਹੇ ਸਾਥੀ JD ਵੈਂਸ ਦਾ ਵਰਣਨ ਕਰਨ ਲਈ ਵੀਅਰਡ ਸ਼ਬਦ ਵਰਤ ਰਹੇ ਹਨ। ਅਜਿਹਾ ਲੱਗਦਾ ਹੈ ਕਿ ਇਹ ਅਪਮਾਨ ਟਰੰਪ ਦੀ ਚਮੜੀ ਦੇ ਵਿੱਚ ਘਰ ਕਰ ਗਿਆ ਹੈ, ਜਿੱਥੇ ਇੱਕ ਇੰਟਰਵਿਊ ਵਿੱਚ ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਵੈਂਸ ਅਜੀਬ ਲੋਕ ਨਹੀਂ ਹਨ। ਉੱਥੇ ਹੀ ਕੈਨੇਡਾ ਦੇ ਕੰਜ਼ਰਵੇਟਿਵਸ ਨੇ ਇਸ ਸਾਲ ਦਾ ਜਵਾਬ ਦਿੱਤਾ ਅਤੇ ਦਾਅਵਾ ਕੀਤਾ ਕਿ ਟਰੂਡੋ ਅਜੀਬ ਨੀਤੀਆਂ ਵਾਲੇ ਪ੍ਰਧਾਨ ਮੰਤਰੀ ਹਨ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਯਾਨੀ ਕਿ CFIA ਨੇ ਐਲਾਨ ਕੀਤਾ ਹੈ ਕਿ ਕ੍ਰੋਨੋਬੈਕਟਰ ਬੈਕਟੀਰੀਆ ਨਾਲ ਸੰਭਾਵਿਤ ਗੰਦਗੀ ਦੇ ਕਾਰਨ ਨੈਸਲੇ ਕੈਨੇਡਾ ਆਪਣੇ ਜਰਬਰ ਬ੍ਰਾਂਡ ਓਟ ਬਨਾਨਾ ਅਤੇ ਮੈਂਗੋ ਬੇਬੀ ਸੀਰੀਅਲ ਨੂੰ ਵਾਪਸ ਬੁਲਾ ਰਿਹਾ ਹੈ। ਰਿਕਾਲ ਦੁਆਰਾ ਪ੍ਰਭਾਵਿਤ ਉਤਪਾਦ ਦੀ ਐਕਸਪਾਇਰੀ ਡੇਟ 30 ਮਈ 2025 ਹੈ ਅਤੇ ਯੂਨੀਵਰਸਲ ਪ੍ਰੋਡਕਟ ਕੋਡ 065000133615 ਹੈ। ਏਜੰਸੀ ਸਿਫਾਰਿਸ਼ ਕਰਦੀ ਹੈ ਕਿ ਪ੍ਰਭਾਵਿਤ ਉਤਪਾਦ ਨੂੰ ਖਪਤ, ਵੇਚਿਆ, ਪਰੋਸਿਆ ਜਾਂ ਵੰਡਿਆ ਨਾ ਜਾਵੇ, ਪਰ ਰੱਦ ਕੀਤਾ ਜਾਵੇ ਜਾਂ ਖਰੀਦ ਦੀ ਥਾਂ ਤੇ ਵਾਪਸ ਕਰ ਦਿੱਤਾ ਜਾਵੇ। ਇਹ ਉਤਪਾਦ ਕਬੈਕ, ਓਨਟਾਰੀਓ ਅਤੇ ਨਿਊ ਬ੍ਰੰਸਵਿਕ ਸਮੇਤ ਕਈ ਹੋਰ ਪ੍ਰੋਵਿੰਸਾਂ ਵਿੱਚ ਉਪਲਬਧ ਹੈ। ਰਿਕਾਲ ਏਜੰਸੀ ਦੁਆਰਾ ਕੀਤੇ ਗਏ ਵਿਸ਼ਲੇਸ਼ਣਾਂ ਦਾ ਨਤੀਜਾ ਹੈ ਜੋ ਵਰਤਮਾਨ ਵਿੱਚ ਜਾਂਚ ਕਰ ਰਹੀ ਹੈ। ਹਾਲਾਂਕਿ ਇੱਕ ਪ੍ਰੈਸ ਰਿਲੀਜ਼ ਵਿੱਚ CFIA ਨੇ ਕਿਹਾ ਕਿ ਵਾਪਸ ਮੰਗੇ ਗਏ ਸੀਰੀਅਲ ਨਾਲ ਜੁੜੀ ਬਿਮਾਰੀ ਦਾ ਕੋਈ ਮਾਮਲਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਸਰਕਾਰੀ ਏਜੰਸੀ ਦਾ ਕਹਿਣਾ ਹੈ ਕਿ ਕ੍ਰੋਨੋਬੈਕਟਰ ਨਾਲ ਦੂਸ਼ਿਤ ਭੋਜਨ ਦੇ ਵਿਗਾੜ ਦਿਖਾਈ ਨਹੀਂ ਦੇ ਸਕਦੇ ਹਨ ਜਾਂ ਸ਼ੱਕੀ ਗੰਧ ਨਹੀਂ ਦੇ ਸਕਦੇ ਹਨ, ਪਰ ਫਿਰ ਵੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਕ੍ਰੋਨੋਬੈਕਟਰ ਬੱਚਿਆਂ ਵਿੱਚ ਗੰਭੀਰ ਇੱਥੋਂ ਤੱਕ ਕਿ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਬੈਕਟੀਰੀਆ, ਬੁਖਾਰ, ਮਾੜੀ ਖੁਰਾਕ, ਬਹੁਤ ਜ਼ਿਆਦਾ ਰੋਣਾ, ਬਹੁਤ ਘੱਟ ਊਰਜਾ ਅਤੇ ਦੌਰੇ ਦਾ ਕਾਰਨ ਬਣ ਸਕਦਾ ਹੈ। ਬੰਗਲਾਦੇਸ਼ ਵਿੱਚ ਬੀਤੇ ਦਿਨ ਪੁਲਿਸ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਵਾਦੀ ਝੜਪ ਦੌਰਾਨ ਘੱਟੋ-ਘੱਟ 80 ਲੋਕਾਂ ਦੀ ਮੌਤ ਹੋ ਗਈ। ਇਹ ਅਸ਼ਾਂਤੀ ਉਦੋਂ ਸਾਹਮਣੇ ਆਈ ਹੈ ਜਦੋਂ ਵਿਦਿਆਰਥੀ ਆਗੂਆਂ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਹੁਦਾ ਛੱਡਣ ਦੀ ਮੰਗ ਕਰਨ ਲਈ ਸਿਵਲ ਡਿਸਓਬੀਡੀਐਂਸ ਦੀ ਮੁਹਿੰਮ ਦਾ ਐਲਾਨ ਕੀਤਾ। ਪੁਲਿਸ ਨੇ ਦੱਸਿਆ ਕਿ ਸਿਰਾਜਗੰਜ ਜ਼ਿਲ੍ਹੇ ਵਿੱਚ ਹਜ਼ਾਰਾਂ ਲੋਕਾਂ ਨੇ ਇੱਕ ਪੁਲਿਸ ਸਟੇਸ਼ਨ ਤੇ ਹਮਲਾ ਕਰਨ ਵੇਲੇ 13 ਪੁਲਿਸ ਅਧਿਕਾਰੀ ਮਾਰੇ ਗਏ ਸੀ। ਦੱਸਦੇ ਕਿ ਵਿਦਿਆਰਥੀ ਪ੍ਰਦਰਸ਼ਨ ਪਿਛਲੇ ਮਹੀਨੇ ਸਿਵਲ ਸੇਵਾ ਦੀਆਂ ਨੌਕਰੀਆਂ ਵਿੱਚ ਕੋਟਾ ਖਤਮ ਕਰਨ ਦੀ ਮੰਗ ਨਾਲ ਸ਼ੁਰੂ ਹੋਇਆ ਸੀ, ਪਰ ਹੁਣ ਇਹ ਇੱਕ ਵਿਆਪਕ ਸਰਕਾਰ ਵਿਰੋਧੀ ਅੰਦੋਲਨ ਵਿੱਚ ਬਦਲ ਗਿਆ ਹੈ। ਰਿਪੋਰਟ ਮੁਤਾਬਕ ਦੋਵੇਂ ਪੁਲਿਸ ਅਤੇ ਗਵਰਨਿੰਗ ਪਾਰਟੀ ਦੇ ਕੁਝ ਸਮਰਥਕਾਂ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਤੇ ਲਾਈਵ ਗੋਲਾ ਬਾਰੂਦ ਨਾਲ ਗੋਲੀਬਾਰੀ ਕਰਦੇ ਦੇਖਿਆ ਗਿਆ। ਪੁਲਿਸ ਨੇ ਹੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਵੀ ਕੀਤੀ। ਜ਼ਿਕਰਯੋਗ ਹੈ ਕਿ ਜੁਲਾਈ ਵਿੱਚ ਸ਼ੁਰੂ ਹੋਏ ਵਿਰੋਧ ਅੰਦੋਲਨ ਤੋਂ ਬਾਅਦ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਗਿਣਤੀ 270 ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਆਪਣੇ ਅਸਤੀਫੇ ਦੀ ਮੰਗ ਦੇ ਵਿਚਕਾਰ ਸ਼੍ਰੀਮਤੀ ਹਸੀਨਾ ਨੇ ਵਿਰੋਧ ਕੀਤਾ ਤੇ ਸੁਰੱਖਿਆ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਬੋਲਦਿਆਂ ਕਿਹਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀ ਨਹੀਂ ਬਲਕਿ ਅਤਿਵਾਦੀ ਸਨ ਜੋ ਦੇਸ਼ ਨੂੰ ਅਸਥਿਰ ਕਰਨ ਲਈ ਤਿਆਰ ਹਨ। ਪਿਛਲੇ 2 ਹਫ਼ਤਿਆਂ ਵਿੱਚ ਸੁਰੱਖਿਆ ਬਲਾਂ ਦੁਆਰਾ ਇੱਕ ਵੱਡੀ ਕਾਰਵਾਈ ਵਿੱਚ ਲਗਭਗ 10,000 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਵਿਰੋਧੀ ਧਿਰ ਦੇ ਸਮਰਥਕ ਅਤੇ ਵਿਦਿਆਰਥੀ ਵੀ ਸ਼ਾਮਲ ਹਨ। ਬੰਗਲਾਦੇਸ਼ੀ ਮੀਡੀਆ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਮਾਰੇ ਗਏ ਜ਼ਿਆਦਾਤਰ ਲੋਕਾਂ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ, ਜਿਸ ਵਿੱਚ ਹਜ਼ਾਰਾਂ ਜ਼ਖਮੀ ਹੋ ਗਏ। ਸਰਕਾਰ ਦੀ ਦਲੀਲ ਹੈ ਕਿ ਪੁਲਿਸ ਨੇ ਸਿਰਫ ਸਵੈ ਰੱਖਿਆ ਅਤੇ ਰਾਜ ਦੀਆਂ ਜਾਇਦਾਦਾਂ ਦੀ ਰੱਖਿਆ ਲਈ ਗੋਲੀਬਾਰੀ ਕੀਤੀ ਸੀ। ਫਲਸਤੀਨੀ ਬਚਾਅਕਰਤਾਵਾਂ ਅਤੇ ਸਮਾਚਾਰ ਆਊਟਲੈਟਸ ਦੇ ਅਨੁਸਾਰ ਗਾਜ਼ਾ ਵਿੱਚ 2 ਸਕੂਲਾਂ ਉੱਤੇ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ। ਬਚਾਅ ਕਰਨ ਵਾਲਿਆਂ ਨੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚੋਂ ਕੁਝ ਵਿਸਥਾਪਿਤ ਲੋਕ ਸਨ ਜੋ ਸਕੂਲਾਂ ਵਿੱਚ ਪਨਾਹ ਲੈ ਰਹੇ ਸੀ। ਇਜ਼ਰਾਈਲ ਡਿਫੈਂਸ ਫੋਰਸਸ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸਨੇ ਗਾਜ਼ਾ ਸ਼ਹਿਰ ਦੇ 2 ਸਕੂਲਾਂ ਦੇ ਅੰਦਰ ਹਮਾਸ ਦੇ ਕਮਾਂਡ ਅਤੇ ਕੰਟਰੋਲ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਹ ਹਮਲੇ ਇੱਕ ਹਫ਼ਤੇ ਵਿੱਚ ਤੀਜੀ ਵਾਰ ਹਨ ਜਦੋਂ ਗਾਜ਼ਾ ਵਿੱਚ ਸਕੂਲ ਇਜ਼ਰਾਈਲੀ ਹਮਲੇ ਦਾ ਸ਼ਿਕਾਰ ਹੋਏ ਹਨ। IDF ਨੇ ਕਿਹਾ ਕਿ ਸਕੂਲਾਂ ਦੀ ਵਰਤੋਂ ਹਮਾਸ ਦੀ ਅਲ ਫੁਰਕਾਨ ਬਟਾਲੀਅਨ ਦੁਆਰਾ ਆਪਣੇ ਅੱਤਵਾਦੀ ਕਾਰਕੁਨਾਂ ਲਈ ਲੁਕਣ ਦੀ ਜਗ੍ਹਾ ਵਜੋਂ ਕੀਤੀ ਗਈ ਸੀ ਅਤੇ IDF ਸੈਨਿਕਾਂ ਅਤੇ ਇਜ਼ਰਾਈਲ ਰਾਜ ਦੇ ਵਿਰੁੱਧ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਉਹਨਾਂ ਨੂੰ ਅੰਜਾਮ ਦੇਣ ਲਈ ਕਮਾਂਡ ਸੈਂਟਰਸ ਵਜੋਂ ਵਰਤਿਆ ਜਾਂਦਾ ਸੀ। ਸੋਸ਼ਲ ਮੀਡੀਆ ਤੇ ਮੌਜੂਦ ਇੱਕ ਫੁਟੇਜ ਵਿੱਚ ਇੱਕ ਸਕੂਲ ਦੇ ਅੰਦਰ ਲਾਸ਼ਾਂ ਦਿਖਾਈਆਂ ਗਈਆਂ, ਜਿਸ ਵਿੱਚ ਬਚਾਅ ਕਰਮਚਾਰੀ ਬੱਚਿਆਂ ਸਮੇਤ ਜ਼ਖਮੀਆਂ ਨੂੰ ਬਾਹਰ ਕੱਢਦੇ ਹੋਏ ਨਜ਼ਰ ਆਏ। ਫਲਸਤੀਨੀ ਮੀਡੀਆ ਦਾ ਕਹਿਣਾ ਹੈ ਕਿ ਹਮਲਿਆਂ 'ਚ ਘੱਟੋ-ਘੱਟ 30 ਲੋਕ ਮਾਰੇ ਗਏ। ਫਲਸਤੀਨੀ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਉਹਨਾਂ ਨੇ ਕਿਹਾ ਕਿ ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਕਾਬਿਲੇ ਗੌਰ ਹੈ ਕਿ ਇਜ਼ਰਾਈਲ ਗਾਜ਼ਾ ਯੁੱਧ ਪਿਛਲੇ ਸਾਲ 7 ਅਕਤੂਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਹਮਾਸ ਨੇ ਇਜ਼ਰਾਈਲ ਤੇ ਬੇਮਿਸਾਲ ਹਮਲਾ ਕੀਤਾ। ਲਗਭਗ 1200 ਲੋਕ ਮਾਰੇ ਗਏ ਅਤੇ 251 ਹੋਰਾਂ ਨੂੰ ਬੰਦਕ ਬਣਾ ਕੇ ਗਾਜ਼ਾ ਵਾਪਸ ਲੈ ਗਏ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਅਨੁਸਾਰ ਇਸ ਹਮਲੇ ਨੇ ਇੱਕ ਵਿਸ਼ਾਲ ਇਜ਼ਰਾਈਲੀ ਫੌਜੀ ਪ੍ਰਤੀਕਿਰਿਆ ਸ਼ੁਰੂ ਕੀਤੀ, ਜਿਸ ਨਾਲ ਗਾਜ਼ਾ ਵਿੱਚ ਘੱਟੋ-ਘੱਟ 39,480 ਫਲਸਤੀਨੀਆਂ ਦੀ ਮੌਤ ਹੋ ਗਈ ਹੈ।
ਫਰਾਂਸ ਦੇ ਵਕੀਲਾਂ ਨੇ ਪੈਰਿਸ 올림픽 ਦੇ ਉਦਘਾਟਨੀ ਸਮਾਰੋਹ ਦੇ ਆਯੋਜਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਲਾਤਮਕ ਨਿਰਦੇਸ਼ਕ ਥਾਮਸ ਜੋਲੀ, ਸਮਾਰੋਹ ਦੇ ਨਿਰਦੇਸ਼ਕ ਥੀਅਰੀ ਰਿਪੋਲ ਅਤੇ ਇਵੈਂਟ ਏਜੰਸੀ ਯੂਬੀ ਬੇਨੇ ਦੇ ਅਲੈਗਜ਼ੈਂਡਰ ਬਿਲਾਰਡ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਫ੍ਰੈਂਚ ਡੀਜੇ ਬਾਰਬਰਾ ਬੁਸ਼, ਜਿਸ ਨੇ ਉਦਘਾਟਨੀ ਸਮਾਰੋਹ ਦੇ ਡਰੈਗ ਕੁਈਨ ਸੀਨ ਵਿੱਚ ਪ੍ਰਦਰਸ਼ਨ ਕੀਤਾ, ਨੇ ਆਨਲਾਈਨ ਦੁਰਵਿਵਹਾਰ ਪ੍ਰਾਪਤ ਹੋਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ। ਉਸ ਕ੍ਰਮ ਨੇ ਵਿਵਾਦ ਪੈਦਾ ਕਰ ਦਿੱਤਾ ਕਿਉਂਕਿ ਫਰਾਂਸ ਅਤੇ ਵਿਦੇਸ਼ਾਂ ਵਿੱਚ ਕੁਝ ਧਾਰਮਿਕ ਅਧਿਕਾਰੀਆਂ ਅਤੇ ਰੂੜੀਵਾਦੀ ਸਿਆਸਤਦਾਨਾਂ ਨੇ ਦ ਲਾਸਟ ਸਪਰ ਦਾ ਇੱਕ ਅਪਮਾਨਜਨਕ ਹਵਾਲਾ ਦੇਖਿਆ। ਇਸ ਤੋਂ ਪਹਿਲਾਂ ਜੋਲੀ ਦਾ ਬਿਆਨ ਸਾਹਮਣੇ ਆਇਆ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਉਹ ਯਿਸੂ ਮਸੀਹ ਅਤੇ ਉਸਦੇ ਰਸੂਲਾਂ ਨੂੰ ਦਰਸਾਉਂਦੀ ਮਸ਼ਹੂਰ ਲਿਓਨਾਰਡੋ ਦਾ ਵਿੰਚੀ ਦੀ ਪੇਂਟਿੰਗ ਤੋਂ ਪ੍ਰੇਰਿਤ ਨਹੀਂ ਸੀ। ਇਸ ਦੀ ਬਜਾਏ ਉਸਨੇ ਕਿਹਾ ਕਿ ਤਿਉਹਾਰ ਸਿਰਲੇਖ ਵਾਲਾ ਕ੍ਰਮ ਯੂਨਾਨੀ ਮਿਥਿਹਾਸ ਤੋਂ ਪ੍ਰੇਰਿਤ ਸੀ ਅਤੇ ਵਿਭਿੰਨਤਾ ਦਾ ਜਸ਼ਨ ਮਨਾਉਣ ਦਾ ਇਰਾਦਾ ਸੀ। ਉਸਨੇ ਕਿਹਾ ਕਿ ਉਸ ਦਾ ਇਰਾਦਾ ਵਿਨਾਸ਼ਕਾਰੀ ਹੋਣਾ, ਨਾ ਹੀ ਮਜ਼ਾਕ ਕਰਨਾ ਜਾਂ ਹੈਰਾਨ ਕਰਨ ਦਾ ਨਹੀਂ ਸੀ। ਫ੍ਰੈਂਚ ਵਕੀਲਾਂ ਨੇ ਮਿਸਟਰ ਜੋਲੀ, ਜੋ ਕਿ ਖੁੱਲ੍ਹੇਆਮ ਸਮਲਿੰਗੀ ਹੈ, ਨੇ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਸਾਈਬਰ ਧੱਕੇਸ਼ਾਹੀ ਦੀ ਸ਼ਿਕਾਇਤ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ। ਪ੍ਰੋਸੀਕਿਊਟਰ ਡਰੈਗ ਕੁਈਨ ਨਿਕੀ ਡੋਲ ਤੇ ਨਿਰਦੇਸ਼ਿਤ ਅਪਮਾਨ ਦੀ ਵੀ ਜਾਂਚ ਕਰ ਰਹੇ ਹਨ, ਜੋ ਵਿਵਾਦਪੂਰਨ ਦ੍ਰਿਸ਼ ਵਿੱਚ ਵੀ ਦਿਖਾਈ ਗਈ ਸੀ। ਬੁਲੇਟਿਨ ਦੇ ਵਿੱਚ ਅੱਜ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।